ਹਾਲੇਲੂਇਆ ਹਾਲੇਲੂਇਆ। ਸੋ ਅਸੀਂ ਦੇਖਾਂਗੇ ਪਹਿਲਾ ਰਾਜਾ 18:41। ਤਦ ਏਲੀਆ ਨੇ ਅਹਾਬ ਨੂੰ ਆਖਿਆ, ਚੜ ਜਾ ਅਤੇ ਖਾ ਪੀ, ਕਿਉਂ ਜੋ ਡਾਢੇ ਮੀਂਹ ਦੀ ਆਵਾਜ਼ ਆਈ ਹੈ। ਸੋ ਅਹਾਬ ਖਾਣ ਪੀਣ ਨੂੰ ਚੜਿਆ ਔਰ ਏਲੀਆ ਕਰਮਲ ਦੀ ਟੀਸੀ ਉੱਤੇ ਚੜਿਆ ਅਤੇ ਧਰਤੀ ਤੀਕ ਨਿਵਿਆ ਔਰ ਆਪਣਾ ਮੂੰਹ ਗੋਡਿਆਂ ਵਿੱਚ ਰੱਖਿਆ। ਤਾਂ ਉਸਨੇ ਆਪਣੇ ਬਾਲਕੇ ਨੂੰ ਆਖਿਆ, ਚੜ ਕੇ ਸਮੁੰਦਰ ਵੱਲ ਵੇਖ। ਉਹ ਚੜਿਆ, ਤਦ ਵੇਖਿਆ ਤਾਂ ਆਖਿਆ, ਕੁਝ ਨਹੀਂ ਹੈ। ਫਿਰ ਉਸਨੇ ਆਖਿਆ, 7 ਵਾਰ ਮੁੜ ਜਾ। ਤਾਂ 7ਵੀਂ ਵਾਰ ਇਉਂ ਹੋਇਆ ਕਿ ਉਹ ਨੇ ਆਖਿਆ, ਵੇਖ, ਇੱਕ ਨਿੱਕਾ ਬੱਦਲ ਆਦਮੀ ਦੇ ਹੱਥ ਜਿਹਾ ਸਮੁੰਦਰੋਂ ਉੱਠ ਰਿਹਾ ਹੈ। ਤਾਂ ਉਸਨੇ ਆਖਿਆ, ਜਾ ਅਹਾਬ ਨੂੰ ਆਖ, ਭਈ ਰੱਥ ਜੋੜ ਕੇ ਹੇਠਾਂ ਜਾਓ, ਤਾਂ ਜੋ ਮੀਂਹ ਤੁਹਾਨੂੰ ਨਾ ਅਟਕਾਵੇ। ਇੰਨੇ ਵਿੱਚ ਇਉਂ ਹੋਇਆ ਕਿ ਆਕਾਸ਼ ਘਟਾ ਔਰ ਹਵਾ ਨਾਲ ਕਾਲਾ ਹੋ ਗਿਆ ਅਤੇ ਡਾਢਾ ਮੀਂਹ ਵਰਿਆ। ਤਾਂ ਅਹਾਬ ਚੜ ਕੇ ਜ਼ਿਕਰੇਲ ਨੂੰ ਗਿਆ ਅਤੇ ਯਹੋਵਾ ਦਾ ਹੱਥ ਏਲੀਆ ਦੇ ਉੱਤੇ ਸੀ। ਸੋ ਉਹ ਆਪਣਾ ਲੱਕ ਬੰਨ੍ਹ ਕੇ ਅਹਾਬ ਦੇ ਅੱਗੇ ਜ਼ਿਕਰੇਲ ਦੇ ਲਾਂਘੇ ਤੀਕ ਭੱਜਿਆ ਗਿਆ। फिर एलिया ने अहाब से कहा, उठकर खा पी, क्योंकि भारी वर्षा की सनसनाहट सुन पड़ती है। अहाब राजे दा ਉਹ ਸੀ ਜੋ ਦਰਬਾਨੀ ਹੁੰਦੇ ਨੇ, ਉਹ ਸੀ। ਤੇ तब अहाब खाने पीने चला गया और एलिया करमल की चोटी पर चढ़ गया और भूमि पर गिरकर अपना मुंह घुटने के बीच किया। और उसने अपने सेवक से कहा, चढ़कर समुद्र की ओर दृष्टि कर देख। तब उसने चढ़कर देखा और लौटकर कहा, कुछ नहीं दिखता। की देखना भी सेवक दी लाइफ और शक्ति और आत्मा, 3 चीज़ां देखनियां ने। हालेलुया ਹਾਲੇਲੂਇਆ। पहला सेवक दी लाइफ देखांगे। ता एलिया ने और उसने अपने सेवक से कहा, चढ़कर समुद्र की ओर दृष्टि करके देख। तब उसने चढ़कर देखा और लौटकर कहा, कुछ नहीं दिखता। एलिया ने कहा, फिर 7 बार जा। हालेलुया। सेवक किया 7 बार चला गया, ठीक है। अब पास्टर आपा ਨੂੰ ਕੁਝ ਕਹਿ ਦੇਵੇ, ਠੀਕ ਹੈ, ਆਪਾਂ ਕੁਝ 10 ਵਾਰ ਕਹਿ ਦੇਵੇ ਕੋਈ ਕੰਮ ਨੂੰ, ਠੀਕ ਆ, ਆਪਾਂ ਕਿੰਨੀ ਕੁ ਵਾਰ ਕਰਦੇ ਹਾਂ, 2-4 ਵਾਰ ਕਰਦੇ ਹਾਂ, ਠੀਕ ਹੈ। ਫਿਰ ਆਪਾਂ ਇਗਨੋਰ ਕਰ ਦਿੰਦੇ ਹਾਂ ਵੀ ਨਹੀਂ, ਜਿਵੇਂ ਪਹਿਲਾਂ ਕੁਝ ਦਿਨਾਂ 'ਚ ਹੋਇਆ ਸੀ ਇੱਥੇ, ਠੀਕ ਹੈ। ਪਰ ਦੇਖਣਾ ਚਾਹੀਦਾ ਵੀ ਹਾਂ ਵੀ ਕੀ ਕਹਿੰਦਾ ਖੁਦਾ ਦਾ ਦਾਸ, ਵੀ ਉਹਨੂੰ ਫੋਲੋ ਕਰਨਾ ਚਾਹੀਦਾ, ਕਿਉਂਕਿ ਹੁਣ ਸੇਵਕ ਕੌਣ ਹੈ, ਆਪਾਂ ਵੀ ਹਾਂ ਤੇ ਖੁਦਾ ਦਾ ਦਾਸ ਵੀ ਆ, ਕਿਉਂਕਿ ਖੁਦਾ ਦੇ ਦਾਸ ਨੂੰ ਹੀ ਖੁਦਾ ਦਾ ਕੀ ਆ, ਆਤਮਾ ਦਾ ਦੱਸਦਾ ਵਾ ਵੀ ਹਾਂ ਆਪਣੀ ਕਹਿੰਦੇ ਨੇ ਵੀ ਮੇਰੀ ਕਲੀਸਿਆ ਨੂੰ, ਮੇਰੇ ਕਹਿੰਦੇ ਨੇ ਲੋਕਾਂ ਨੂੰ ਕਿਵੇਂ ਚਲਾਉਣਾ ਹੈ। ਹਾਲੇਲੂਇਆ ਆਮੀਨ। ਹਾਲੇਲੂਇਆ। ਤੇ ਫਿਰ ਉਦਾਂ ਹੀ ਕਹਿੰਦੇ ਨੇ ਉਹ 7ਵੀਂ ਵਾਰ 7 ਵਾਰ ਚਲਾ ਗਿਆ। 7 ਵਾਰ ਮਤਲਬ ਅੱਜ ਜਾ, ਅੱਜ ਐਤਵਾਰ ਆ, ਸੋਮਵਾਰ ਜਾ, ਮੰਗਲਵਾਰ ਜਾ, ਬੁੱਧਵਾਰ ਜਾ, ਵੀਰਵਾਰ ਜਾ, ਸ਼ੁੱਕਰਵਾਰ ਜਾ, ਸ਼ਨੀਵਾਰ ਜਾ, ਐਤਵਾਰ ਜਾ। ਅਗਰ ਨਹੀਂ ਆ ਤਾਂ ਫਿਰ ਕੀ ਆ, ਸੋਮਵਾਰ ਫਿਰ ਜਾ। ਹਾਲੇਲੂਇਆ। 7 बार जाके उन्हें देखा ता किया ते कहा, देख, समुद्र में से मनुष्य के हाथ सा एक छोटा बादल उठ रहा है। हालेलुया। फिर उन्होंने 7वीं बार जाके देखा किया भी समुद्र ते मनुष्य जा किया हाथ जिना बदल देखा। हालेलुया। अहाब के पास जाकर कहा, रथ जितवा, भी तू अपना रथ जोड़ ते जा, नीचे जा, कि ऐसा ना हो कि तू वर्षा के कारण रुक जाए। हालेलुया। क्योंकि एलिया ਨੂੰ ਪਤਾ ਲੱਗ ਗਿਆ ਸੀ ਵੀ ਹਾਂ ਹੁਣ ਵੀ ਬਹੁਤ ਜ਼ਿਆਦਾ ਕੀ ਆ ਮੀਂਹ ਪੈਣ ਵਾਲਾ, ਕਿਉਂਕਿ 3.5 ਸਾਲ ਤੱਕ ਉੱਥੇ ਬਾਰਿਸ਼ ਨਹੀਂ ਹੋਈ ਸੀ, ਕਿਉਂਕਿ ਖੁਦਾ ਨੇ ਉਸ ਨੂੰ ਕਿਹਾ ਵੀ ਇਸ ਜਗ੍ਹਾ ਤੇ ਹੁਣ ਬਾਰਿਸ਼ ਨਹੀਂ ਹੋਏਗੀ, ਨਾ ਓਸ ਪਊਗੀ ਨਾ ਬਾਰਿਸ਼ ਹੋਊਗੀ। ਹਾਲੇਲੂਇਆ। ਤੇ ਫਿਰ ਹੀ ਖੁਦਾ ਨੇ ਕੀ ਆ ਤਰਸ ਖਾਇਆ, ਫਿਰ ਕਿਹਾ ਵੀ ਹਾਂ ਵੀ ਹੁਣ ਕੀ ਆ ਵੀ ਮੀਂਹ ਬਰਸਾਇਆ ਏਲੀਆ ਦੇ ਕਹਿਣ ਤੇ ਹੀ। ਹਾਲੇਲੂਇਆ। और भारी वर्षा होने लगी और अहाब सवार होकर इज़राइल को चला गया। तब यहोवा की शक्ति, हुण शक्ति की गल हुंदी है। हालेलुया। तब यहोवा की शक्ति एलिया पर ऐसी हुई कि वह कमर बांधकर अहाब के आगे आगे इज़राइल तक दौड़ता चला गया। हालेलुया।
ਵੀ ਰੱਥ ਤੋਂ ਜ਼ਿਆਦਾ ਦੇਖ ਲਾ ਦੌੜਨਾ ਕੀ ਆ, ਜਦ ਸ਼ਕਤੀ ਉਤਰੀ ਉਹਦੇ ਤੇ ਰੱਥ ਤੋਂ ਅੱਗੇ ਦੌੜਦਾ ਕੀ ਆ, ਏਲੀਆ ਚਲਾ ਗਿਆ। ਇਹ ਆਹ ਕੀ ਆ, ਖੁਦਾ ਦੀ ਕਹਿੰਦੇ ਨੇ ਆਤਮਾ ਦੀ ਸ਼ਕਤੀ। ਠੀਕ ਹੈ, ਜੇ ਆਪਾਂ ਖੁਦਾ ਦੇ ਦਾਸ ਦੇ ਕਹਿਣੇ ਅਨੁਸਾਰ ਚੱਲਦੇ ਹਾਂ, ਠੀਕ ਹੈ ਨਾ, ਉਹਦੇ ਕਹਿਣੇ ਅਨੁਸਾਰ ਕਰਦੇ ਹਾਂ, ਤਾਂ ਕੀ ਆ ਵੀ ਸਾਡੇ ਵਿੱਚ ਵੀ ਉਹੀ ਖੁਦਾ ਦਾ ਆਤਮਾ ਕੀ ਆ, ਜੋ ਸੇਵਕ ਦੇ ਕਹਿੰਦੇ ਜ਼ਿੰਦਗੀ 'ਚ ਕੰਮ ਕਰਦਾ, ਕੀ ਆ ਬਲੀਵਰਾਂ ਦੀ ਜ਼ਿੰਦਗੀ ਦੇ ਵਿੱਚ ਕੰਮ ਵੀ ਕਰੂਗਾ। ਹਾਲੇਲੂਇਆ, ਆਮੇਨ ਆਮੇਨ ਹਾਲੇਲੂਇਆ। ਸੋ ਆਓ ਹੁਣ ਦੂਸਰਾ ਰਾਜਾ ਦੇਖਾਂਗੇ। दूसरा राजा 2:1। जब यहोवा एलिया को बवंडर के द्वारा स्वर्ग में उठा लेने को था, तब एलिया और अलीशा दोनों संग संग गिलगाल से चले। हालेलुया। अलीशा और एलिया दोनों किया गिलगाल ਨੂੰ ਜਾ ਰਹੇ ਸੀਗੇ। ਤਾਂ एलिया ने अलीशा से कहा, यहोवा मुझे बैतल तक भेजता है, इसलिए तू यहाँ ठहरा रह। अलीशा ने कहा, यहोवा की और तेरे जीवन की शपथ, मैं तुझे नहीं छोड़ने का। इसलिए वह बैतल को चले गए, या दोनों चले गए। और बैतलवासी भविष्यवक्ता के चेले अलीशा के पास आकर कहने लगे, क्या तुझे मालूम है कि आज यहोवा तेरे स्वामी को तेरे ऊपर से उठा लेने पर है। जद ਆਪਾਂ ਕੀਆਂ ਨਵੇਂ ਖੁਦਾ ਚਾਹਨੇ ਆ, ਬਹੁਤ ਸਾਨੂੰ ਕੀ ਆ ਤਾਨੇ ਮੇਨੇ ਵੱਜਦੇ ਨੇ। ਜਿਵੇਂ ਅਲੀਸ਼ਾ ਨੂੰ ਕਹਿ ਰਹੇ ਸੀ, ਉਹ ਕਹਿੰਦੇ ਨੇ ਵੀ ਉਹ ਕਰ ਰਹੇ ਸੀ, ਮਜ਼ਾਕ ਕਰਦੇ ਸੀ, ਹਾਂ ਵੀ ਹੁਣ ਤਾਂ ਤੇਰੇ ਕੀ ਆ ਦਾਸ ਨੇ ਤੇਰੇ ਸਿਰ ਤੋਂ ਲਿਆ ਜਾਣਾ। ਠੀਕ ਹੈ, ਮਜ਼ਾਕ ਕਰਦੇ ਸੀ ਉਹਨੂੰ। ਮਾਲੂਮ ਹੋ ਤੁਮ ਤੋ, ਉਹ ਕਹਿੰਦਾ ਹਾਂ ਮੈਨੂੰ ਮਾਲੂਮ ਆ ਗਿਆ ਨਾ, ਤੁਸੀਂ ਚੁੱਪ ਰਹੋ। हालेलुया। फिर एलिया ने उससे कहा, अलीशा यहोवा मुझे यरीहो को भेजता है, इसलिए तू यहाँ ठहरा रहे। पर नहीं, फिर अलीशा ने उससे कहा, यहोवा की और तेरे जीवन की शपथ, मैं तुम्हें नहीं छोड़ने का। हालेलुया। दूसरी बार फिर उन्हें कहा भी हाँ भी तू इत्थे टिकिया रह, ठीक है, भी मैं अगे जाऊंगा। तो उन्हें फिर कहा कहना नहीं भी मैं तेरे नाल ही रहना, क्योंकि उन्हें पता सी भी हाँ मैनू की आ कुछ मिलने वाला, कि वो अपनी जिंदगी च कोई दुख तकलीफ आंदा। ठीक है ना, ये ना समझो भी हाय मार ले लुट ले खाले की हो गया। ठीक है, ये समझो भी हाँ की है खुदा भी सानू की है कुछ देने वाला। हालेलुया। सिखाने वाला या देने वाला। हालेलुया। अंत में यरीहो को आए, और यरीहोवासी भविष्यवक्ता के चेले अलीशा के पास आकर कहने लगे, क्या तुझे मालूम है कि आज यहोवा तेरे स्वामी को तेरे ऊपर से उठा लेने पर है। उसने उत्तर दिया, हाँ मुझे भी मालूम है, तुम चुप रहो। फिर एलिया ने उससे कहा, यहोवा मुझे यरदन तक भेजता है, इसलिए तू यहीं ठहरा रहे। ये तीसरी बार गल हो रही है। ठीक है, बंदा चलो जी एक बार दुखां दा, दो बार दुखां दा आपां की ढेरी ढा लैंदे आ, नहीं। ठीक है ना, पर नहीं, आ सेवक की गल हो रही है भी सेवक भी किदां रहना चाहिए, भी अड़े ते खड़े रहना चाहिए। हालेलुया। आमीन आमीन हालेलुया। ठीक है, ते उन्हें पता सी भी मैनू की आ भी कुछ ना कुछ मिलने वाला। तो तीसरी बार उन्हें कहा भी ना खड़िया अभी भी तू इत्थे टिक जा, भी मैं अगे जाऊंगा। ठीक है, पर ना अलीशा नूं पता सी भी मैनू कुछ मिलूगा। ठीक है, भी मैं जे दे नाल बनया रहूंगा। ठीक है, तो ना उन्हें फिर उन्होंने सौं खवाएगा, मैनू तेरी ते जीवित परमेश्वर की सौं, मैं तेनू नहीं छड्डांगा। हालेलुया। और भविष्यवक्ता के चेलों में से 50 जन जाकर उनके सामने दूर खड़े हुए, और वो दोनों यरदन के किनारे खड़े हुए। तब एलिया ने अपनी चादर पकड़कर ओढ़ ली और जल पर मारा, तब वह इधर उधर दो भाग हो गई, और वह दोनों स्थल ही स्थल पार उतर गए। देखा 50 लोगों ने किया उत्थे किया शक्ति नूं देखिया। हालेलुया। शक्ति ते की कि मैं गल कर रहा तुहानूं, शक्ति ते सेवक दी लाइफ दी, और शक्ति दी, और आत्मा दी। हालेलुया। तीन चीज़ों की गल हो रही है इत्थे, जिहड़ी खुदा दा आत्मा दस रहा। ठीक है, उन्होंने 50 लोगों ने किया शक्ति नूं देखिया, दो भाग इधर उधर किया, वो जो नदी आ फाड़ के इधर उधर हो गई सी चादर दे नाल। हालेलुया। जल पर मारा, तब वह इधर उधर दो भाग हो गई, और वह दोनों स्थल ही स्थल भी सुक्के दे राह दे विच दी होके किया पार लंघ गए।
ठीक है। उनके पास पहुंचने पर एलिया ने एलीशा से कहा, इससे पहले कि मैं तेरे पास से उठा लिया जाऊं, जो कुछ तू चाहे कि मैं तेरे लिए करूं वह मांग। एलीशा ने कहा, मुझ में से आत्मा है, उसका दूना भाग मुझे मिल जाए। हालेलुया। तब एलिया ने कहा, तूने कठिन बात मांगी है। हालेलुया। यदि तू मुझे उठा लिए जाने के बाद देखने पाए तो तेरे लिए ऐसा ही होगा, नहीं तो ना होगा। ਉਹ ਬਵੰਡਰ ਦੀ ਪਤਾ ਕਿੰਨੀ ਸ਼ਕਤੀ ਹੁੰਦੀ ਹੈ ਵੀ ਹਾਂ ਵੀ ਆਪਾਂ ਦੇਖ ਨਹੀਂ ਸਕਦੇ ਕਦੇ ਵੀ ਤੂਫਾਨ ਜਾਂ ਹਨੇਰੀ ਆਉਂਦਾ ਉਸ ਨੂੰ ਉਸ ਚ ਆਪਾਂ ਕਦੇ ਵੀ ਠਹਿਰ ਨਹੀਂ ਸਕਦੇ ਹੈਗੇ, ਠੀਕ ਹੈ। ਫਿਰ ਨਾ ਵੀ ਪਤਾ ਸੀ ਵੀ ਹਾਂ ਵੀ ਅਲੀਸ਼ਾ ਨੂੰ ਅੱਜ ਕਹਿੰਦੇ ਨੇ ਖੁਦਾ ਦਾ ਆਤਮਾ ਜਿਹੜਾ ਏਲੀਆ ਤੇ ਸੀਗਾ ਉਹੀ ਅਲੀਸ਼ਾ ਨੂੰ ਮਿਲਣ ਵਾਲਾ ਸੀਗਾ। ਤਾਂ ਉਹਨੇ ਕਹਿੰਦੇ ਨੇ ਜਦ ਤੱਕ ਉਠਾ ਨਹੀਂ ਲਿਆ ਗਿਆ, ठीक है। चलते एलिया ने कहा, तूने कठिन बात मांगी है, तो भी यदि तू मुझे उठा लिए जाने के बाद देखने पाए तो तेरे लिए ऐसा ही होगा, नहीं तो ना होगा। वह चलते चलते बात कर रहे थे कि अचानक एक अग्निमय रथ और अग्निमय घोड़ों ने उनको अलग अलग किया और एलिया बवंडर में होकर स्वर्ग पर चढ़ गया और उससे एलीशा देखता और पुकारता रहा, हाय मेरे पिता, हाय मेरे पिता, हाय इस्राएल के रथ और सवारों। जब वह उसके फिर देखना पड़ा तब उसने अपने वस्त्र पकड़े और फाड़ कर दो भाग कर दिए। और फिर उसने एलिया की चद्दर उठाई जो उस पर से गिरी थी और वह लौट गया और यरदन के तट पर खड़ा हुआ। तब उसने एलिया की वह चद्दर जो उस पर से गिरी थी पकड़कर जल पर मारी और कहा, एलिया का परमेश्वर यहोवा कहाँ है? जब उसने जल पर मारा तब वह इधर उधर दो भाग हो गई और एलीशा पार हो गया। हालेलुया। उसे देखकर भविष्यवक्ताओं के चेले जो यरो में उसके सामने थे कहने लगे, एलिया में जो आत्मा थी वह एलीशा पर ठहर गया है। हालेलुया। अंत में उससे मिलने को आए और उसके सामने भूमि तक झुककर दंडवत की। हालेलुया। ਯਾਰ ਸਾਡੇ ਜ਼ਿੰਦਗੀ 'ਚ ਵੀ ਜਦ ਖੁਦਾ ਕੰਮ ਕਰਦਾ ਫਿਰ ਕੀ ਆ, ਅੰਨੇ ਜਾਤੀ ਕੀ ਆ, ਸਾਨੂੰ ਦੇਖਦੇ ਨੇ ਵੀ ਹਾਂ ਵੀ ਸਾਡੇ ਕੀ ਆ ਵੀ ਇਹਨਾਂ ਦਾ ਜੀਵਤ ਖੁਦਾ ਹੈ, ਵੀ ਇਹਨਾਂ ਦਾ ਜੀਵਤ ਖੁਦਾ ਹੈ ਜੋ ਸਭ ਕੁਝ ਕਰਨ ਦੀ ਤਾਕਤ ਰੱਖਦਾ ਹੈ। ਹਾਲੇਲੂਇਆ। ਆਪਾਂ ਦੱਸਦੇ ਆ ਵੀ ਹਾਂ ਵੀ ਸਾਡੀ ਜ਼ਿੰਦਗੀ 'ਚ ਆਹ ਕੰਮ ਹੋਣ ਵਾਲਾ, ਉਹ ਕੀ ਆ ਠੱਟੇ ਕਰਦੇ ਨੇ, ਮਜ਼ਾਕ ਕਰਦੇ ਨੇ ਵੀ ਨਾ ਵੀ ਇਹ ਕਿੱਥੇ ਹੋ ਜਾਊਗਾ ਕੰਮ। ਨਾ, ਖੁਦਾ ਕੀ ਆ ਵੀ ਸਾਡਾ ਜੀਵਤ ਪਰਮੇਸ਼ਰ ਵੀ ਹਾਂ ਜਿਹੜਾ ਸਾਡੇ ਅੱਗੇ ਪਿੱਛੇ ਕੀ ਆ ਚੱਲਦਾ ਤੇ ਸਾਡੀ ਢਾਲ ਆ ਉਹ ਕਰਕੇ ਦਿਖਾਉਣ ਵਾਲਾ। ਹਾਲੇਲੂਇਆ। ਤੇ ਫਿਰ ਉਹੀ ਲੋਕਾਂ ਨੇ ਕੀ ਆ ਝੁੱਕ ਕੇ ਉਹਨੂੰ ਕੀ ਆ दंडवत करया। ते फिर तब उन्होंने उससे कहा, सुन तेरे दासों के पास 50 बलवान पुरुष हैं, हले भी नहीं टिकते, वे जाकर तेरे स्वामी को ढूंढे। संभव है कि क्या जाने यहोवा की आत्मा ने उसको उठाकर किसी पहाड़ पर या किसी तराई में डाल दिया हो। पर एलीशा जानदा सी भी ना भी हुण खुदा ने उसਨੂੰ उठा लिया है, वो की है खुदा ਦੇ ਨਾਲ ਹੈ। ਹਾਲੇਲੂਇਆ। ਵੀ ਉਹ ਪਤਾ ਸੀ ਵੀ ਕਿਤੇ ਵੀ ਪਹਾੜ ਤੇ ਨਹੀਂ ਡਿੱਗਿਆ ਹੋਇਆ, ਨਾ ਕਿਸੇ ਉਹਦੇ 'ਚ ਖੱਡ 'ਚ ਡਿੱਗ ਰਿਹਾ ਹੋਇਆ, ਨਾ ਵੀ ਉਹਨੂੰ ਪਤਾ ਸੀ ਵੀ ਹਾਂ ਖੁਦਾ ਨੇ ਕੀ ਆ ਉਸ ਨੂੰ ਉਠਾ ਲਿਆ ਹੈ। ਹਾਲੇਲੂਇਆ। ਹਾਲੇਲੂਇਆ। ਇਹ ਆ ਫਿਰ ਜਿਹੜੀ ਕਹਿੰਦੇ ਏਲੀਆ ਤੇ ਸੀਗੀ ਸ਼ਕਤੀ, ਉਹੀ ਕੀ ਆ ਡਬਲ ਹੋ ਕੇ ਕੀ ਆ ਅਲੀਸ਼ਾ ਨੂੰ ਮਿਲੀ। ਠੀਕ ਹੈ। ਸੇਵਕ ਦੀ ਲਾਈਫ, ਆਤਮਾ ਔਰ ਸ਼ਕਤੀ ਦੀ ਗੱਲ ਦੱਸ ਰਿਹਾ। ਹਾਲੇਲੂਇਆ। जब उन्होंने उसको ये यहां तक दबाया, उन्होंने दबान लागे भी हाँ भी ना भी सानू भेज दे भी हाँ देखन, वो लज्जित हो गया। तब उसने कहा, भेज दे। अंत उन्होंने 50 पुरुष भेज दिए और वह उसे 3 दिन तक ढूंढते रहे परंतु पाया ना। उस समय तक वह यरो में ठहरा रहा। अंत जब वह उसके पास लौट आए तब उसने उनसे कहा, क्या मैंने तुमसे ना कहा था कि मत जाओ। हालेलुया। ਤੇ ਇਹ ਆ ਜੋ ਸ਼ਕਤੀ ਆ ਵੀ ਹਾਂ ਜੋ ਏਲੀਆ ਤੇ ਸੀਗੀ ਅਲੀਸ਼ਾ ਤੇ ਠਹਿਰੀ, ਜੋ ਆਪਾਂ ਪਹਿਲਾਂ ਦੇਖਿਆ ਵੀ ਹਾਂ ਵੀ ਜਾਂ ਆਪਾਂ ਕਹਿੰਦੇ ਨੇ ਸੇਵਕ ਦੇ ਨਾਲ ਜਾਂ ਕਹਿੰਦੇ ਨੇ ਖੁਦਾ ਦਾ ਆਤਮਾ ਤੁਹਾਨੂੰ ਦੱਸਦਾ, ਉਹਦੇ ਵਿੱਚ ਆਪਾਂ ਖੜੇ ਤੇ ਅੜੇ ਤੇ ਬਣੇ ਰਹਿੰਦੇ ਆ ਤਾਂ ਜਾ ਕੇ ਫਿਰ ਆਹ ਚੀਜ਼ਾਂ ਕੀ ਆ ਖੁਦਾ ਸਾਨੂੰ ਦਿੰਦਾ ਹੈ। ਹਾਲੇਲੂਇਆ। ਉਹ ਤਾਂ ਦਿੰਦਾ ਹੀ ਦਿੰਦਾ, ਜੋ ਜਿਹੜੀਆਂ ਚੀਜ਼ਾਂ ਧਰਤੀ ਤੇ ਹੈਗੀਆਂ ਨੇ ਉਹ ਵੀ ਕੀ ਆ ਤੁਹਾਡੇ ਪਿੱਛੇ ਹੋ ਕੇ ਮਿਲਣਗੀਆਂ ਤੁਹਾਨੂੰ, ਵੀ ਇਹ ਵੀ ਵਚਨ ਦੇ ਵਿੱਚ ਲਿਖਿਆ ਹੋਇਆ ਹੈ। ਹਾਲੇਲੂਇਆ। ਹੁਣ ਪੜਾਂਗੇ ਦੂਸਰਾ ਰਾਜਾ 4:8।
ਅਲੀਸ਼ਾ ਹਾਏ ਸ਼ੁਨੇਮ ਵੱਲੋਂ ਦੀ ਹੋ ਕੇ ਲੰਘਿਆ, ਜਿੱਥੇ ਇੱਕ ਮੰਨੀ ਦੰਨੀ ਇਸਤਰੀ ਸੀ। ਉਹਨੇ ਉਸ ਨੂੰ ਰੋਟੀ ਖਾਣ ਲਈ ਮਜਬੂਰ ਕੀਤਾ। ਫਿਰ ਇਉਂ ਹੋਇਆ ਕਿ ਜਦ ਕਦੀ ਉਹ ਉਧਰੋਂ ਦੀ ਲੰਘਦਾ ਸੀ ਰੋਟੀ ਖਾਣ ਲਈ, ਉਧਰੇ ਮੁੜ ਪੈਂਦਾ ਸੀ। ਤਦ ਉਹਨੇ ਆਪਣੇ ਪਤੀ ਨੂੰ ਆਖਿਆ, ਵੇਖ ਪਈ, ਉਹ ਜਿਹੜਾ ਬਹੁਤ ਕਰਕੇ ਸਾਡੇ ਪਾਸਿਓਂ ਲੰਘਦਾ ਹੈ, ਪਰਮੇਸ਼ਰ ਦਾ ਪਵਿੱਤਰ ਜਨ ਜਾਪਦਾ ਹੈ। ਅਸੀਂ ਕੰਧ ਦੇ ਉੱਤੇ ਇੱਕ ਨਿੱਕਾ ਜਿਹਾ ਚੁਬਾਰਾ ਬਣਾਈਏ ਅਤੇ ਉੱਥੇ ਉਸ ਦੇ ਲਈ ਇੱਕ ਮੰਜਾ, ਇੱਕ ਮੇਜ਼, ਇੱਕ ਚੌਂਕੀ ਤੇ ਇੱਕ ਦੁਆਖੀ ਰੱਖੀਏ, ਅਤੇ ਇਉਂ ਹੋਵੇਗਾ ਕਿ ਜਦ ਉਹ ਸਾਡੇ ਕੋਲ ਆਵੇ ਤਾਂ ਉੱਥੇ रह सकेगा। हालेलुया। हालेलुया। उस स्त्री ने अपने पति से कहा, सुन, यहाँ जो बार बार हमारे यहाँ से होकर जाया करता है, वह मुझे परमेश्वर का कोई पवित्र भक्त जान पड़ता है। ठीक है, की आ भी लोग सानू दूसरे अन्य जाति वाले लोग सानू देखते ने, की आ भी खुदा दा की आ साडे दे उत्ते नूर आ। ठीक है, भी ਅਸੀਂ ਜਦ ਵੀ ਉਹਨਾਂ ਨੂੰ ਮਿਲਦੇ ਆ ਵੀ ਹਾਂ खुश होके मिलते हैं भी हाँ उन्होंने पता भी हाँ भी चाहे चाहे अंदर चाहे कहते ने 3600 टेंशन चलती होवे, पर सानू पता भी हाँ साडा की है खुदा जीवित है, वो छुड़ाउण वाला परमेश्वर है भी हाँ वो सानू कहते ने की है साडे मूंह तो देख के पछाण लेंदे ने भी हाँ भी भाई ये बंदा खुश रहिंदा, हाँ भी हाँ की है भी खुदा दा की है नूर साडे उत्ते चमकदा रहिंदा भी हाँ ये की है ये देख रहे भी हाँ भी खुदा दा की है भी दास जापदा हो भी हाँ ਉਹਦੇ चेहरे तो लगदा भी हाँ भी खुदा दा कोई की है दास जापदा हो। परमेश्वर का कोई पवित्र भक्त जान पड़ता है। हम भी बीत पर एक छोटी परोठी कोठरी बनाएं और उसमें उसके लिए एक खाट, एक मेज, एक कुर्सी और एक दीवट रखें कि जब जब वह हमारे यहाँ आए तब तब उसमें टिका करे। हालेलुया। ਜੇ ਆਪਾਂ ਹੁਣ ਸੇਵਕ ਦੀ ਫੇਰ ਮੈਂ ਗੱਲ ਕਰ ਰਿਹਾ, ਸੇਵਕ ਦੀ ਆਪਾਂ ਕਹਿੰਦੇ ਨੇ ਟਹਿਲ ਸੇਵਾ ਕਰਦੇ ਆ ਤਾਂ ਕੀ ਮਿਲਦਾ ਉਹਦੇ ਨਾਲ। ਹਾਲੇਲੂया। एक दिन की बात है कि वह वहां जाकर उस परोठी कोठरी में टिका और उसी में लेट गया, और उसने अपने सेवक गेहजी से कहा, उस शुनेमी को बुला। शुनेमी यानी कि धनी औरत सी, बुला ले। उसके बुलाने से वह उसके सामने खड़ी हुई। तब उसने गेहजी से कहा, इससे कह कि तूने हमारे लिए ऐसी बड़ी चिंता की है, तो तेरे लिए क्या किया जाए? क्या तेरे चर्चा राजा या प्रधान सेनापति से की जाए? उसने उत्तर दिया, मैं तो अपने ही लोगों में रहती हूँ। फिर उसने कहा, तो इसके लिए क्या किया जाए? गेहजी ने उत्तर दिया, निश्चय उसके कोई लड़का नहीं और उसका पति बूढ़ा है। ठीक है, कोई कई कहते ने की ਬਲੀਵਰ ਜਾਂ ਕਈ ਬਲੀਵਰ ਇਦਾਂ ਦੇ ਵੀ ਹੁੰਦੇ ਨੇ ਵੀ ਹਾਂ ਗਹੇਜੀ ਵਰਗੇ। ਗਹੇਜੀ ਦੀ ਜ਼ਿੰਦਗੀ ਤੁਸੀਂ ਸਾਰਿਆਂ ਨੇ ਪੜ੍ਹੀ ਹੋਣੀ ਵੀ ਕਿੱਦਾਂ ਦੀ ਆ। ਠੀਕ ਹੈ, ਉਹ ਕੀ ਆ ਇੱਧਰ ਉੱਧਰ ਤੱਕਦਾ ਰਹਿੰਦਾ ਸੀ, ਉਹਨੂੰ ਪਤਾ ਲੱਗ ਗਿਆ ਵੀ ਹਾਂ ਇਸ ਦੇ ਘਰ 'ਚ ਵੀ ਕਹਿੰਦੇ ਨੇ ਬੱਚਾ ਨਹੀਂ ਹੈਗਾ ਇਹਨਾਂ ਕੋਲ, ਵੀ ਉਹਦੇ ਲਈ ਵੀ ਤੂੰ ਬੱਚੇ ਲਈ ਦੇਖ, ਵੀ ਉਹਨਾਂ ਲਈ प्रार्थना कर। हालेलुया। गेहजी ने उत्तर दिया, निश्चय उसके कोई लड़का नहीं और उसका पति बूढ़ा है। उसने कहा, उसको बुला ले। ठीक है, और जब उसने उसे बुलाया तब वह द्वार में खड़ी हुई। तब उसने कहा, वसंत ऋतु में दिन पूरे होने पर तू एक बेटा छाती से लगाएगी। स्त्री ने कहा, हे मेरे प्रभु, हे परमेश्वर के भक्त, ऐसा ना नहीं, अपनी दासी को धोखा ना दे। स्त्री को गर्भ रहा और वसंत ऋतु का जो समय अलीशा ने उससे कहा था, उसी समय जब दिन पूरे हुए तब उसके पुत्र उत्पन्न हुआ। जब लड़का बड़ा हो गया तब एक दिन वह अपने पिता के पास लौने को निकट निकल गया। लौने की यानी कि वाडियां के समय अपने पिता के कोल चला गया, और उसने अपने पिता से कहा, हाय मेरा सर, हाय मेरा सर। तब पिता ने अपने सेवक से कहा, इसको इसकी माता के पास ले जा। वह उसे उठाकर उसकी माता के पास ले गया। फिर वह दोपहर तक उसके घुटनों पर बैठा रहा, तब मर गया। तब उसने चढ़कर उसको परमेश्वर के भक्त की खाट पर लिटा दिया और निकलकर द्वार बंद किया। तब उतर गई। तब उसने अपने पति से पुकार कर कहा, मेरे पास एक सेवक और एक गदही तुरंत भेज दे कि मैं परमेश्वर के भक्त के यहाँ झटपट हो जाऊं। उसने कहा, आज तो उसके यहाँ कोई क्यों जाएगा? आज ना तो नए चांद का और ना विश्राम का दिन है। उसने कहा, कल्याण होगा। हालेलुया।
ਕਲਿਆਣ ਹੋਗਾ ਦੀ ਮਤਲਬ ਜਾਣੀ ਕਿ ਵੀ ਸਲਾਮਤੀ ਹੋਊਗੀ। ਹਾਲੇਲੂਇਆ। ਤੇ ਆਪਾਂ ਕੀ ਆ ਬਥੇਰਾ ਆਪਣੇ ਅੱਜ ਅੰਦਰ ਕਹਿੰਦੇ ਨੇ ਦੁੱਖ ਤਕਲੀਫ ਆ ਜਾਂਦੇ ਨੇ, ਠੀਕ ਹੈ, ਆਪਾਂ ਕੀ ਆ ਲੁੱਟ ਲੈ ਜੀ, ਮਾਰ ਲੈ, ਖਾ ਲੈ, ਠੀਕ ਹੈ, ਇਹ ਨਹੀਂ ਕਹਿਣਾ ਵੀ ਹਾਂ ਕੀ ਆ ਸਲਾਮਤੀ ਹੋਵੇ, ਠੀਕ ਹੈ, ਵੀ ਸਾਨੂੰ ਪਤਾ ਵੀ ਸਾਡਾ ਕੀ ਆ ਜੀਵਤ ਖੁਦਾ ਕੀ ਆ ਛਡਾਉਣ ਵਾਲਾ ਪਰਮੇਸ਼ਵਰ ਹੈ। ਹਾਲੇਲੂਇਆ। ਹਮੇਸ਼ਾ ਕੀ ਆ ਸਾਨੂੰ ਕੀ ਆ ਸਲਾਮਤੀ ਹੀ ਮੰਗਣੀ ਚਾਹੀਦੀ ਆ, ਕਿ ਸਲਾਮਤੀ ਆਪਾਂ ਆਪਣੇ ਮੂੰਹ ਦੇ ਨਾਲ ਕਹਿੰਦੇ ਨੇ ਇਕਰਾਰ ਕਰਾਂਗੇ ਇਸ ਚੀਜ਼ ਦਾ, ਠੀਕ ਹੈ ਨਾ, ਉਹੀ ਹੋਊਗਾ। ਹਾਲੇਲੂਇਆ। तब उस स्त्री गद्दी पर काठी बांधकर अपने सेवक से कहा, हाके चल और मेरे कहे बिना हाकने में ढलाई ना करना। तो वह चलते चलते करमल पर्वत को परमेश्वर के भक्त के निकट पहुंची। उसे दूर से देखकर परमेश्वर के भक्त ने अपने सेवक गेहजी से कहा, देख उधर तो वह सुनैमी है, अब उससे मिलने को दौड़ जा और उससे पूछ कि तू कुशल से है। देखो उन्होंने भी कहा भी तू ठीक आ, तेरा पति भी कुशल से है और लड़का भी कुशल से है। पूछने पर स्त्री ने उत्तर दिया, हाँ सब कुशल से है। हालेलुया। फिर कुशल की गल आई भी हाँ सब सलामती है। हालेलुया। वह पहाड़ पर परमेश्वर के भक्त के पास पहुंची और उसके पांव पकड़ने लगी। तब गेहजी उसके पास गया कि उसे धक्का देकर हटाए, परंतु परमेश्वर के भक्त ने कहा, उसे छोड़ दे, उसका मन व्याकुल है, परंतु यहोवा ने मुझको नहीं बताया छिपा ही रखा है। हालेलुया। क्योंकि खुदा ने उसदे आत्मा ने भी नहीं, खुदा दे आत्मा ने भी नहीं कहंदे ने अलीशा ਨੂੰ ਦੱਸਿਆ ਸੀ ਵੀ ਹਾਂ ਵੀ ਕੀ ਹੋਇਆ, ਕਿਉਂਕਿ ਉਹ ਖੁਦਾ ਦਾ ਦਾਸ ਦੁੱਗਣੀ ਸ਼ਕਤੀ ਪਾਇਆ ਹੋਇਆ ਸੀ, ਸਭ ਕੁਝ ਉਹਨੂੰ ਪਤਾ ਹੋ ਸਕਦਾ ਸੀ, ਬਟ ਨਹੀਂ ਖੁਦਾ ਦੇ ਦਾਸ ਨੂੰ ਨਹੀਂ ਦੱਸਿਆ ਉਹਦੇ ਆਤਮਾ ਨੇ, ਖੁਦਾ ਦੇ ਆਤਮਾ ਨੇ, ਕਿਉਂਕਿ ਉਹ ਦੇਖਣਾ ਚਾਹੁੰਦਾ ਸੀ ਵੀ ਹਾਂ ਵੀ ਕੀ ਆ ਸੇਵਕ ਦੀ ਕੀ ਆ ਆਪਣਾ ਜਿਹੜੇ ਆਪਾਂ ਬਲੀਵਰ ਆ ਵੀ ਉਹਦੀ ਕਹਿੰਦੇ ਨੇ ਜੋ ਵੀ ਆਪਾਂ ਕਰਦੇ ਹਾਂ ਵੀ ਉਹਦੀ ਮਿਹਨਤ ਨੂੰ ਦੇਖਣਾ ਚਾਹੁੰਦਾ ਹੈ। ਹਾਲੇਲੂਇਆ। ਖੁਦਾ ਨੇ ਮਿਹਨਤ ਨੂੰ ਦੇਖਿਆ, ਉਹ ਆ ਕੇ ਉੱਥੇ ਰੋਈ, ਉਹਦੇ ਕੋਲ ਚਰਨ ਫੜ ਕੇ, ਜੇ ਆਪਣੇ ਤੋਂ ਕੋਈ ਗਲਤੀ ਗੁਨਾਹ ਹੋ ਜਾਂਦਾ, ਠੀਕ ਹੈ ਨਾ, ਜਿਵੇਂ ਹੁਣ ਪੜਿਆ ਗਿਆ ਵੀ ਹਾਂ ਇੱਕ ਵੀ ਮਾਲੀ ਕਹਿੰਦਾ ਵੀ ਹਾਂ 1 ਸਾਲ ਮੈਨੂੰ ਹੋਰ ਦੇ ਵੀ ਮੈਂ ਇਹਦੀ ਗੋਡੀ ਕਰਾਂ। ਮਾਲੀ ਕੌਣ ਆ? ਆਪਣਾ ਪਵਿੱਤਰ ਆਤਮਾ। ਹਾਲੇਲੂਇਆ। ਪਵਿੱਤਰ ਆਤਮਾ ਸਾਡੇ ਵਿੱਚ ਆਉਂਦਾ ਤੇ ਉਹ ਸਾਨੂੰ ਕਹਿੰਦੇ ਨੇ ਅਸੀਂ ਕੌਣ ਹੁੰਦੇ ਆ ਵੀ ਹਾਂ ਅਸੀਂ ਰੋ ਕੇ ਪ੍ਰਾਰਥਨਾ ਕਰੀਏ ਨਾ, ਉਹ ਸਾਡਾ ਆਤਮਾ ਖੁਦਾ ਦਾ ਆਤਮਾ ਸਾਡੇ ਵਿੱਚ ਆਂਦਾ, ਠੀਕ ਹੈ ਨਾ, ਉਹ ਖੁਦਾ ਦੇ ਅੱਗੇ ਕਹਿੰਦੇ ਨੇ ਰੋ ਕੇ ਕਹਿੰਦੇ ਨੇ ਜਿਹੜਾ ਸਾਨੂੰ ਖੁਦਾ ਦੇ ਜਦ ਗਿਆ ਖੁਦਾ 40 ਦਿਨ ਗਿਆ, 40 ਦਿਨ ਇੱਥੇ ਦੇ ਧਰਤੀ ਤੇ ਰਹਿ ਕੇ ਉਠਾ ਲਿਆ ਗਿਆ ਤਾਂ ਕੀ ਕਿਹਾ ਸੀ ਖੁਦਾ ਨੇ ਵੀ ਹਾਂ ਮੈਂ ਇੱਕ ਆਪਣਾ ਕੀ ਆ ਸਹਾਇਕ ਕੀ ਆ ਭੇਜੂੰਗਾ, ਉਹ ਸਹਾਇਕ ਹੀ ਆ। ਹਾਲੇਲੂਇਆ। ਵੀ ਹਾਂ रो के प्रार्थना करता भी हाँ भी ना खुदा भी इनू माफ कर भी रहन दे भी हाँ भी कोई नहीं भी उन्हें कुछ टाइम होर दे दे। हालेलुया। हालेलुया। तब अलीशा ने गेहजी से कहा, अपनी कमर बांध। तब वह कहने लगी, क्या मैंने अपने प्रभु से पुत्र का वर मांगा था। ਇੱਥੇ ਕੁਐਸਚਨ ਮਾਰਕ ਆ ਵੀ ਹਾਂ ਮੈਂ ਤਾਂ ਤੇ ਤੋਂ ਮੰਗਿਆ ਨਹੀਂ ਸੀਗਾ। ਹਾਂਜੀ ਇਹਦੇ ਉੱਤੇ ਕੁਐਸਚਨ ਮਾਰਕ ਲਿਖਿਆ ਹੋਇਆ ਬਾਈਬਲ ਦੇ ਉੱਤੇ, ਹਰੇਕ ਚੀਜ਼ ਦਾ ਇੱਕ ਬਿੰਦੂ ਦਾ ਇੱਕ ਦਾ ਮਤਲਬ ਆ ਇੱਥੇ ਜਿਹੜਾ ਬਾਈਬਲ ਦੇ ਵਿੱਚ ਲਿਖਿਆ ਹੋਇਆ। ਇੱਥੇ ਕੁਐਸਚਨ ਮਾਰਕ ਆ ਗਿਆ। तब वह कहने लगी, क्या मैंने अपने प्रभु से पुत्र का वर मांगा था। ਇੱਥੇ ਕੁਐਸਚਨ ਮਾਰਕ ਆਇਆ ਵੀ ਹਾਂ ਵੀ ਮੈਂ ਤੇ ਤੋਂ ਮੰਗਿਆ ਸੀਗਾ। क्या मैंने कहा था मुझे धोखा ना दे। ਕਹਿੰਦੀ ਮੈਂ ਤੈਨੂੰ ਇਹ ਵੀ ਕਿਹਾ ਸੀ ਵੀ ਮੈਨੂੰ ਧੋਖਾ ਨਾ ਦੇ। ठीक है। तब अलीशा ने गेहजी से कहा, अपने कमर बांध और मेरी छड़ी हाथ में लेकर चला जा। मार्ग में यदि कोई तुझे मिले तो उसका कुशल ना पूछना, और ना कोई तेरा कुशल पूछे तो उसको उत्तर ना देना, और मेरी यह छड़ी उस लड़के के मुंह पर रख देना। हालेलुया। ਗਹੇਜੀ ਦਾ ਇਦਾਂ ਦਾ ਹੀ ਸੀਗਾ, ਕੀ ਪਤਾ ਉਹਨੇ ਬੰਦੇ ਨੇ ਰਾਹ 'ਚ ਜਾਂਦੇ ਹੋਏ ਵੀ ਕਿਸੇ ਨੂੰ ਹਾਲ ਚਾਲ ਪੁੱਛ ਲਿਆ ਹੋਵੇ ਜਾਂ ਕਿਸੇ ਨੇ ਉਹਦਾ ਹਾਲ ਚਾਲ ਪੁੱਛ ਲਿਆ ਹੋਵੇ, ਕਿਉਂਕਿ ਜੋ ਅਲੀਸ਼ਾ ਨੇ ਕਹਿਤਾ ਸੀਗਾ ਉਹ ਹੋਣਾ ਸੀਗਾ। ਹਾਲੇਲੂਇਆ। ਕਿਉਂਕਿ ਜੋ ਕਹਿੰਦੇ ਨੇ ਆਪਣਾ ਕਹਿ ਦੇਣ ਖੁਦਾ ਦੇ ਦਾਸ ਉਹ ਹੋਏਗਾ ਹੀ ਹੋਏਗਾ, ਕਿਉਂਕਿ ਇਹਨੇ ਕੋਈ ਗਲਤੀ ਕਰੀ ਹੋਣੀ ਤਾਂ ਵੀ ਉਹ ਨਹੀਂ ਹੋਇਆ होना। हालेलुया। लड़के के मुंह पर रख देना। तब लड़के की मां ने अलीशा से कहा, यहोवा की और तेरे जीवन की शपथ, मैं तुझे ना छोड़ूंगी। हालेलुया। जिवें अलीशा ने एलिया ਨੂੰ ਕਿਹਾ ਵੀ ਮੈਂ ਤੈਨੂੰ ਨਹੀਂ ਛੱਡੂੰਗੀ, ਇਹਨੇ ਵੀ ਇਹੀ ਕਿਹਾ, ਕਿਉਂਕਿ ਇਹ ਵੀ ਆਪਣੀ ਕਹਿੰਦੇ ਨੇ ਆਪਣੀ ਉਹ ਦੇਖਦੀ ਆ ਵੀ ਹਾਂ ਖੁਦਾ ਦੇਖ ਰਿਹਾ ਵੀ ਹਾਂ ਕਿੰਨਾ ਕੁ ਚੱਲ ਰਿਹਾ ਮੇਰੇ ਵਿੱਚ। ਹਾਲੇਲੂਇਆ। ਉਦਾਂ ਹੀ ਕੋਈ ਆਪਣੇ ਜੀਵਨ 'ਚ ਇਦਾਂ ਦੀਆਂ ਚੀਜ਼ਾਂ ਆ ਜਾਂਦੀਆਂ ਨੇ ਵੀ ਹਾਂ ਖੁਦਾ ਦੇ ਪਰਖਣਾ ਵੀ ਚਾਹੁੰਦਾ ਹੁੰਦਾ ਵੀ ਹਾਂ ਵੀ
ਵੀ ਇਹ ਮੇਰੇ 'ਚ ਕਿੱਦਾਂ ਚੱਲਦਾ, ਠੀਕ ਹੈ ਨਾ, ਵੀ ਹਾਂ ਜਿਵੇਂ ਅਯੂਬ ਨੇ ਕਿਹਾ ਸੀਗਾ ਵੀ ਹਾਂ ਵੀ ਅਸੀਂ ਕਹਿੰਦੇ ਨੇ ਸਭ ਕੁਝ ਕਹਿੰਦੇ ਚੰਗਾ ਚੰਗਾ ਤਾਂ ਲਈ ਜਾਈਏ ਹੈ, ਵੀ ਜੇ ਬੁਰਾ ਆ ਜਾਵੇ ਸਾਡੀ ਜ਼ਿੰਦਗੀ 'ਚ ਉਹ ਨਾ ਕਹੀਏ ਵੀ ਹਾਂ ਵੀ ਅਸੀਂ ਨਹੀਂ ਲੈਣਾ ਹੈਗਾ। ਹਾਲੇਲੂਇਆ। ਵੀ ਨਾ ਵੀ ਉਹ ਦੁੱਖ ਜੇ ਆਉਂਦਾ ਤਾਂ ਸਾਨੂੰ ਕੀ ਆ ਕੁਝ ਸਿਖਾਉਣ ਲਈ ਆਉਂਦਾ ਹੈ। ਹਾਲੇਲੂਇਆ। तब लड़के की माँ ने एलीशा से कहा, यहोवा की और तेरे जीवन की शपथ मैं तुझे ना छोड़ूंगी। इसलिए वह उठकर उसके पीछे पीछे चला। हालेलुया। फिर वो दोनों चले गए। उनसे पहले पहुंचकर गेहजी ने छड़ी को उस लड़के के मुंह पर रखा, परंतु कोई शब्द ना सुन पड़ा और ना उसमें कोई हरकत हुई। तब वह एलीशा से मिलने को लौट आया और उसको बदला दिया। लड़का नहीं जागा। तब एलीशा घर में आया, तब क्या देखा कि लड़का मरा हुआ उसकी खाट पर पड़ा है। तब उसने अकेले भीतर जाकर द्वार बंद किया और यहोवा से प्रार्थना की। हालेलुया। तब वह चढ़कर लड़के पर इस रीति से लेट गया कि अपना मुंह उसके मुंह से और अपनी आंखें उसकी आंखों से और अपने हाथ उसके हाथ से मिला दिए और वह लड़के पर पसर गया। तब लड़के की देह गर्म होने लगी। तब वह उसे छोड़कर घर में इधर उधर टहलने लगा और फिर चढ़कर लड़के पर पसर गया। तब लड़के ने 7 बार छींका। हालेलुया। हालेलुया। और अपनी आंखें खोली। देखा ਉਹ ਜੇ ਬਣੀ ਰਹੀ ਤਾਂ ਖੜੀ ਰਹੀ, ਉਹਨੇ ਕੀਆ ਕਿ ਇਸ ਖੁਦਾ ਦੀ ਕੀਆ ਮਹਿਮਾ ਨੂੰ ਦੇਖਿਆ। ਹਾਲੇਲੂਇਆ। ਆਪਾਂ ਵੀ ਜਿਵੇਂ ਇਦਾਂ ਹੀ ਬਣੇ ਰਹਿੰਦੇ ਆ, ਖੜੇ ਰਹਿੰਦੇ ਆ, ਕੀਆ ਖੁਦਾ ਦੀ ਕੀਆ ਮਹਿਮਾ ਨੂੰ ਦੇਖਦੇ ਆ। ਹਾਲੇਲੂਇਆ। ਜਾਂ ਆਪਾਂ ਕਹਿੰਦੇ ਨੇ ਢੇਰੀ ਢਾ ਕੇ ਬਹਿ ਜਾਂਦੇ ਆ ਵੀ ਨਹੀਂ ਵੀ ਛੱਡੋ ਯਾਰ, ਨਹੀਂ ਕੀਆ ਬਾਈਬਲ ਵਚਨ 'ਚ ਲਿਖਿਆ ਵੀ ਨਿਰੰਤਰ ਪ੍ਰਾਰਥਨਾ ਕਰਦੇ ਰਹੇ, ਕੀਆ ਵੀ ਤੂੰ ਕੀਆ ਦੁੱਖ 'ਚ ਨਾ ਪਵੀਂ। ਹਾਲੇਲੂਇਆ। ਉਦਾਂ ਹੀ ਆਪਾਂ ਨੂੰ ਕੀ ਆ ਨਿਰੰਤਰ ਪ੍ਰਾਰਥਨਾ ਵਿੱਚ ਲੱਗੇ ਰਹਿਣਾ, ਜੋ ਕਹਿੰਦੇ ਨੇ ਖੁਦਾ ਦੇ ਦਾਸ ਦੱਸਦੇ ਨੇ ਉਦਾਂ ਹੀ ਬਣੇ ਰਹਿਣਾ। ਮੈਂ ਇਸ ਜਗ੍ਹਾ ਤੇ ਕਿਵੇਂ ਕਾਹਤੇ ਖੜਾ, ਖੁਦਾ ਮੈਨੂੰ ਇਸ ਤੱਕ ਲੈ ਕੇ ਆਇਆ ਇਸ ਜਗ੍ਹਾ ਤੇ, ਕੀ ਆ ਮੈਂ ਅੱਜ ਤੱਕ ਕਹਿੰਦੇ ਨੇ ਖੁਦਾ ਦੇ ਦਾਸ ਦੀ ਜਾਂ ਖੁਦਾ ਦੇ ਲੋਕਾਂ ਦੀ ਕਦੇ ਵੀ ਕਹਿੰਦੇ ਨੇ ਗੱਲ ਥੱਲੇ ਨਹੀਂ ਡਿੱਗਣ ਦਿੱਤੀ ਹੈਗੀ, ਉਹ ਪੂਰੀ ਕਰੀ ਹੈ। ਹਾਲੇਲੂਇਆ। ਅਸੀਂ ਕਹਿੰਦੇ ਨੇ ਜਦ ਕ੍ਰਿਸਮਸ ਦਾ ਪ੍ਰੋਗਰਾਮ ਹੁੰਦਾ ਸੀਗਾ, ਬੜੀ ਠੰਡ ਹੁੰਦੀ ਹੈ ਉਧਰ ਵੀ, ਤੇ ਉਦੋਂ ਬਾਈਕ ਹੁੰਦੀ ਸੀ ਮੇਰੇ ਕੋਲ, ਗੱਡੀ ਨਹੀਂ ਸੀਗੀ। ਗੱਡੀ ਕਹਿੰਦੇ ਨੇ 2022 ਚ ਆ ਕੇ ਲਈ ਆ ਮੈਂ, ਤੇ ਉਦੋਂ ਪਾਸਟਰ ਸਾਹਿਬ ਨੇ ਮੈਨੂੰ ਕਹਿ ਦੇਣਾ ਵੀ ਹਾਂ ਪਰਮਿਸ਼ਨ ਲੈਣੇ ਜਾਣੀ ਆ, ਸਾਊਂਡ ਦੀ ਉੱਤੇ ਪਰਮਿਸ਼ਨ ਹੁੰਦੀ ਸੀਗੀ, ਠੀਕ ਹੈ। ਤੇ ਮੈਂ ਮੋਟਰਸਾਈਕਲ ਦੇ ਉੱਤੇ ਹੀ ਕਹਿੰਦੇ ਨੇ ਖੇਤਾਂ ਦੇ ਵਿੱਚ ਦੀ ਜਾਣਾ, ਮੋਟਰਸਾਈਕਲ ਤੇ ਪਰਮਿਸ਼ਨ ਲੈ ਕੇ ਆਣੀ। ਫਿਰ ਪਾਸਟਰ ਸਾਹਿਬ ਨੇ ਹਾਂ ਕਹਿੰਦਾ ਰਿੰਕੂ ਪਰਮਿਸ਼ਨ ਲਿਆਇਆ? ਮੈਂ ਕਿਹਾ ਹਾਂਜੀ ਲਿਆਇਆ ਪਾਸਟਰ ਜੀ। ਮੈਂ 7-8 ਵਜੇ ਉੱਥੇ ਜਾ ਕੇ ਕਹਿੰਦੇ ਨੇ ਖੜੇ ਹੋ ਜਾਣਾ ਲਾਈਨ ਦੇ ਵਿੱਚ, ਪਰਮਿਸ਼ਨ ਲੈ ਕੇ ਆਣੀ। ਹਾਲੇਲੂਇਆ। ਤੇ ਹੁਣ ਵੀ ਮੈਨੂੰ ਯਾਦ ਕਰਦੇ ਹੁੰਦੇ ਨੇ ਕਈ ਵਾਰ ਵੀ ਹਾਂ ਵੀ ਸਾਰੇ ਵੀ ਹਾਂ ਵੀ ਸਾਰਾ ਕੰਮ ਕਰਕੇ ਵੀ ਸਾਡੇ ਹੱਥ 'ਚ ਫੜਾ ਦਿੰਦਾ ਹੁੰਦਾ ਸੀਗਾ। ਹਾਲੇਲੂਇਆ। तो उसे वजह ਦੇ ਨਾਲ ਕਹਿੰਦੇ ਨੇ ਇਸ ਜਗ੍ਹਾ ਤੇ ਕੀ ਆ ਖੁਦਾ ਮੈਨੂੰ ਲੈ ਕੇ ਆਇਆ, ਹਰ ਇੱਕ ਚੀਜ਼ ਕੀ ਆ ਮੁਹੱਈਆ ਕਰਾ ਕੇ ਦਿੰਦਾ ਖੁਦਾ। ਹਾਲੇਲੂਇਆ। ਸੋ ਸਾਰਿਆਂ ਨੂੰ ਜੈ ਮਸੀਹ ਦੀ ਇਸ ਵਚਨ ਦੇ ਦੁਆਰਾ ਸਭ ਨੂੰ ਆਸ਼ੀਸ਼ ਔਰ ਬਰਕਤ ਮਿਲੇ। ਹਾਲੇਲੂਇਆ। Hallelujah. Praise the Lord.